ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸ ਪਹਿਲੀ ਉਦਾਸੀ ਦੇ ਦੌਰਾਨ ਜਦ ਬੇਬੇ ਨਾਨਕੀ ਜੀ ਨੇ ਖਿੱਚ ਪਾਈ ਸੀ ਅਤੇ ਗੁਰੂ ਸਾਹਿਬ ਜਦ ਉੱਥੋਂ ਤੁਰਨ ਲੱਗੇ ਅਤੇ ਇੱਧਰ ਬੇਬੇ ਨਾਨਕੀ ਜੀ ਸੁਲਤਾਨਪੁਰ ਦੇ ਵਿੱਚ ਬੜੇ ਬਰਾਗ ਦੇ ਵਿੱਚ ਆਪਣੇ ਚੁੱਲ੍ਹੇ ਚੌਂਕੇ ਦੇ ਕੋਲ ਬੈਠੇ ਆ, ਅਤੇ ਜਿਹੜੀ ਤੁਲਸਾ ਨੌਕਰਾਣੀ ਹੈਗੀ ਆ ਉਹ ਘਰ ਦੇ ਮਾੜੇ ਮੋਟੇ ਕੰਮ ਕਰਦੀ ਆ, ਅਤੇ ਇੱਧਰ ਬੇਬੇ ਨਾਨਕੀ ਜੀ ਨੇ ਥੋੜ੍ਹਾ ਬਹੁਤਾ ਜਿਹੜਾ ਪ੍ਰਸ਼ਾਦਾ ਸੀਗਾ ਉਹ ਜਦੋਂ ਤਿਆਰ ਕੀਤਾ, ਇਹਦਾ ਢੋਲ ਲਾ ਕੇ ਬਾਬੇ ਨਾਨਕ ਦੀ ਜਾਚ 'ਚ ਬੈਠੇ ਆ, ਅਤੇ ਅਚਨਚੇਤ ਤੁਲਸਾ ਨੇ ਜਿਹੜਾ ਉੱਚੀ ਉੱਚੀ ਇਹ ਕਹਿਣਾ ਸ਼ੁਰੂ ਕਰ ਦਿੱਤਾ, ਬੇਬੇ ਜੀ ਨਾਨਕ ਆ ਗਏ, ਨਾਨਕ ਜੀ ਆ ਗਏ, ਨਾਨਕ ਜੀ ਆ ਗਏ। ਜਦ ਇੰਨੀ ਗੱਲ ਹੋਈ, ਅਚਨਚੇਤ ਬੇਬੇ ਜੀ ਚੌਂਕ ਪਏ। ਜਦ ਚੌਂਕ ਪਏ, ਚੌਂਕ ਦੇ ਸਾਰੇ ਜਦ ਬਾਹਰ ਨੂੰ ਭੱਜੇ ਅਤੇ ਕੀ ਦੇਖਿਆ, ਧੰਨ ਗੁਰੂ ਨਾਨਕ ਸਾਹਿਬ ਬਾਲਾ ਅਤੇ ਮਰਦਾਨਾ ਦਰਵਾਜ਼ੇ 'ਤੇ ਪਹੁੰਚ ਚੁੱਕੇ ਸੀਗੇ। ਜਦ ਪਹੁੰਚ ਚੁੱਕੇ ਸੀਗੇ, ਬੇਬੇ ਨੇ ਦੌੜ ਕੇ ਜਾ ਕੇ ਬਾਬੇ ਨਾਨਕ ਦੇ ਪੈਰਾਂ ਦੇ ਉੱਤੇ ਆਪਣਾ ਮੱਥਾ ਰੱਖ ਦਿੱਤਾ। ਜਦ ਮੱਥਾ ਰੱਖਿਆ ਅਤੇ ਧੰਨ ਗੁਰੂ ਨਾਨਕ ਸਾਹਿਬ ਯਕਦਮ ਪਿੱਛੇ ਨੂੰ ਹਟ ਗਏ ਅਤੇ ਬੇਬੇ ਜੀ ਨੂੰ ਬੜੇ ਪਿਆਰ ਦੇ ਨਾਲ ਉਠਾ ਲਿਆ ਅਤੇ ਕਹਿਣ ਲੱਗੇ, ਤੁਸੀਂ ਇਹ ਕੀ ਕਰ ਰਹੇ ਆ? ਮੱਥਾ ਤਾਂ ਸਾਨੂੰ ਤਾਂ ਟੇਕਣਾ ਚਾਹੀਦਾ ਹੈ, ਤੁਸੀਂ ਉਲਟਾ ਇਹ ਕੰਮ ਕਿਉਂ ਕਰ ਰਹੇ ਆ? ਜਦ ਇੰਨੀ ਗੱਲ ਹੋਈ ਤਾਂ ਬੇਬੇ ਜੀ ਜਿਹੜੇ ਸੀਗੇ ਉਹ ਹੰਝੂਆਂ ਦੇ ਨਾਲ ਭਰੇ ਜਿਹੜੇ ਸੀ ਕਹਿਣ ਲੱਗ ਪਏ, ਵੀਰ ਜੀ ਤੁਹਾਡੇ ਤੋਂ ਬਿਨਾਂ ਅਸੀਂ ਤਾਂ ਅਧਮੋਏ ਰਹਿੰਦੇ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਦੇਖੋ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਬੇ ਜੀ ਨੂੰ ਆਪਣੇ ਕਲਾ ਵਿੱਚ ਲਿਆ। ਅਤੇ ਉਸ ਤੋਂ ਬਾਅਦ ਫਿਰ ਕੁਛ ਚਿਰ ਇਸ ਤਰ੍ਹਾਂ ਦਾ ਜਦ ਮਾਹੌਲ ਜਿਹੜਾ ਸੀਗਾ ਉਹ ਬਹੁਤ ਗਮਗੀਨ ਰਿਹਾ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਘਰ ਦੇ ਵਿੱਚ ਲੈ ਗਏ। ਜਦ ਘਰ ਦੇ ਵਿਹੜੇ 'ਚ ਬੈਠੇ ਤਾਂ ਉਸ ਤੋਂ ਬਾਅਦ ਫਿਰ ਬੇਬੇ ਨਾਨਕ ਜੀ ਨੇ ਦੌੜ ਕੇ ਇੱਕ ਪਲੰਘ ਜਿਹੜਾ ਸੀਗਾ ਉਹ ਉਸੇ ਹੀ ਘਰ ਦੇ ਇੱਕ ਕਮਰੇ 'ਚ ਵਿਛਾ ਦਿੱਤਾ, ਡਾਹਿਆ, ਉੱਤੇ ਸੁੰਦਰ ਕੱਪੜੇ ਵਿਛਾਏ ਅਤੇ ਇੱਕ ਦੂਸਰਾ ਜਿਹੜਾ ਸੀਗਾ ਮੰਜਾ ਉਹ ਵੀ ਰੱਖਿਆ, ਅਤੇ ਫਿਰ ਉਸ ਮੰਜੇ ਦੇ ਉੱਤੇ ਫਿਰ ਕੱਪੜੇ ਵਿਛਾਏ ਅਤੇ ਉਹਦੇ ਉੱਤੇ ਭਾਈ ਬਾਲਾ ਅਤੇ ਮਰਦਾਨਾ ਜੀ ਬੈਠ ਗਏ ਅਤੇ ਇੱਕ ਪਲੰਘ 'ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਚੌਂਕੜਾ ਮਾਰ ਕੇ ਸੱਜ ਗਏ। ਜਦ ਚੌਂਕੜਾ ਮਾਰ ਕੇ ਸੱਜੇ ਅਤੇ ਇਹਨਾਂ ਦੀ ਆਉਣ ਦੀ ਜਿਹੜੀ ਖਬਰ ਸੀਗੀ ਉਹ ਸੁਲਤਾਨਪੁਰ ਦੇ ਵਿੱਚ ਅੱਗ ਵਾਂਗੂ ਫੈਲ ਗਈ, ਅਤੇ ਜਿੰਨੇ ਵੀ ਆਂਢੀ ਗੁਆਂਢੀ ਜਿੰਨੇ ਵੀ ਸੁਣਿਆ ਸਾਰੇ ਵਿੱਚੇ ਕੰਮ ਛੱਡ ਕੇ ਨੱਠੇ ਆਏ। ਜਦ ਨੱਠੇ ਆਏ ਅਤੇ ਸਾਰਾ ਜਿਹੜਾ ਵਿਹੜਾ ਸੀਗਾ ਬੇਬੇ ਨਾਨਕੀ ਜੀ ਦਾ ਉਹ ਸਾਰੀ ਸੰਗਤ ਦੇ ਨਾਲ ਭਰ ਗਿਆ। ਜਦ ਭਰ ਗਿਆ ਤਾਂ ਉੱਧਰੋਂ ਬਾਹਰ ਭਾਈ ਜੈ ਰਾਮ ਜੀ ਨੂੰ ਜਦ ਪਤਾ ਲੱਗਾ ਕਿ ਨਾਨਕ ਘਰ 'ਚ ਆਇਆ ਹੈਗਾ, ਅਤੇ ਭਾਈ ਆ ਜੈ ਰਾਮ ਜੀ ਵੀ ਕੰਮ ਕਰ ਛੱਡ ਕੇ ਉਸੇ ਟਾਈਮ ਤੁਰੰਤ ਘਰ ਆ ਗਏ। ਜਦ ਘਰ ਆਏ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਭਾਈ ਜੈ ਰਾਮ ਜੀ ਨੂੰ ਦੇਖਿਆ ਘਰ ਦੇ ਵਿੱਚ ਆਉਂਦਿਆਂ ਨੂੰ, ਇੱਕਦਮ ਪਲੰਘ 'ਚੋਂ ਉੱਠੇ। ਜਦ ਮੱਥਾ ਟੇਕਣ ਲੱਗੇ ਤਾਂ ਜੈ ਰਾਮ ਜੀ ਨੇ ਬਾਬੇ ਨਾਨਕ ਜੀ ਦਾ ਜਿਹੜਾ ਸੀਗਾ ਸੀਸ ਉਹ ਆਪਣੇ ਹੱਥ 'ਚ ਫੜ ਲਿਆ ਅਤੇ ਕਹਿਣ ਲੱਗੇ, ਤੁਸੀਂ ਇਹ ਕੀ ਕਰ ਰਹੇ ਆ? ਜਦ ਇੰਨੀ ਗੱਲ ਹੋਈ ਤਾਂ ਗੁਰੂ ਸਾਹਿਬ ਕਹਿਣ ਲੱਗੇ, ਜੀਜਾ ਜੀ ਅਸੀਂ ਤਾਂ ਆਪ ਦੀ ਉਡੀਕ ਦੇ ਵਿੱਚ, ਆਪ ਦੇ ਪ੍ਰੇਮ ਦੇ ਵਿੱਚ ਇੱਥੇ ਹੀ ਬੈਠੇ ਆਪ ਜੀ ਨੂੰ ਯਾਦ ਕਰ ਰਹੇ ਸੀ। ਜਦ ਇੰਨੀ ਗੱਲ ਹੋਈ ਅਤੇ ਭਾਈ ਜੈ ਰਾਮ ਜੀ ਕਹਿਣ ਲੱਗੇ ਕਿ ਤੁਸੀਂ ਨਹੀਂ ਜਾਣਦੇ ਕਿ ਸਾਡੀ ਜਿਹੜੀ ਪ੍ਰਸੰਨਤਾ ਹੈਗੀ ਆ ਉਹ ਪ੍ਰਸੰਨਤਾ ਸਾਡੀ ਆਪ ਦੀ ਰਜ਼ਾ ਦੇ ਵਿੱਚ ਹੈਗੀ ਆ। ਆਪ ਨੇ ਤਾਂ ਚੰਗੀ ਜਿੱਦ ਕੀਤੀ, ਨਾ ਸਾਡਾ ਖਿਆਲ ਕੀਤਾ, ਨਾ ਆਪਣੇ ਬੱਚਿਆਂ ਦਾ ਕੀਤਾ, ਨਾ ਸੁਲੱਖਣੀ ਜੀ ਦਾ ਕੀਤਾ ਹੈਗਾ। ਕਮ ਸੇ ਕਮ ਇੱਕ ਅੱਧਾ ਚੱਕਰ ਤਾਂ ਵਿੱਚ ਮਾਰ ਜਾਂਦੇ। ਜਦ ਇੰਨੀ ਗੱਲ ਹੋਈ ਤਾਂ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੀਜਾ ਜੀ ਕੀ ਕਰੀਏ, ਕਰਤਾਰ ਦਾ ਹੁਕਮ ਹੀ ਐਸਾ ਸੀਗਾ। ਜਦ ਇਹ ਗੱਲ ਹੋਈ ਤਾਂ ਫਿਰ ਜਿਹੜੇ ਸੀ ਆਲੇ ਦੁਆਲੇ ਹੋਰ ਆਂਢ ਗੁਆਂਢ ਸੀ, ਉਹਨਾਂ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਡੇ ਤੋਂ ਬਗੈਰ ਇਹ ਸੁਲਤਾਨਪੁਰ ਦਾ ਪੂਰਾ ਜਿਹੜਾ ਇਲਾਕਾ ਪੂਰਾ ਸੁੰਨਾ ਹੈਗਾ। ਅਸੀਂ ਦਿਨ ਰਾਤ ਆਪ ਜੀ ਦੇ ਚਰਚੇ ਕਰਦੇ ਰਹਿੰਦੇ ਹਾਂ, ਅਤੇ ਆਪ ਦੇ ਮੋਦੀ ਖਾਨੇ ਦੇ ਵਿੱਚ ਹੋਈਆਂ ਜਿਹੜੀਆਂ ਉਸ ਸਮੇਂ ਦੇ ਵਿੱਚ ਘਟਨਾਵਾਂ ਸੀ ਉਹਨਾਂ ਦਾ ਜ਼ਿਕਰ ਅਕਸਰ ਚੱਲਦਾ ਰਹਿੰਦਾ ਹੈਗਾ, ਅਤੇ ਬਾਕੀ ਜਿੰਨੇ ਵੀ ਨਵਾਬ ਹੈਗੇ ਦੂਸਰੇ ਹੋਰ ਇੱਥੇ ਨਵਾਜ਼ ਕੌਨੋਂ ਮੁਸਲਿਮ ਆ, ਉਹ ਵੀ ਆਪ ਜੀ ਦੇ ਬਰਾਗ ਦੇ ਵਿੱਚ ਜਿਹੜੇ ਆ ਆਪ ਨੂੰ ਯਾਦ ਕਰਦੇ ਰਹਿੰਦੇ ਆ। ਜਦ ਅਤਕ ਜਿਹੜੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬੇਬੇ ਜੀ ਦੂਰੋਂ ਚੱਲ ਕੇ ਆਏ ਆ, ਭੁੱਖ ਬੜੀ ਲੱਗੀ ਆ। ਜਦ ਇਸ ਭੁੱਖ ਦਾ ਨਾਂ ਸੁਣਿਆ ਬੇਬੇ ਨਾਨਕ ਜੀ ਤੁਰੰਤ ਉੱਠੇ ਅਤੇ ਨਾਲ ਤੁਲਸਾ ਜੀ ਅਤੇ ਹੋਰ ਜਿਹੜੀਆਂ ਆਂਢ ਗੁਆਂਢ ਦੀਆਂ ਹੋਰ ਬੀਬੀਆਂ ਸੀਗੀਆਂ ਉਹਨਾਂ ਨੇ ਉਸੇ ਟਾਈਮ ਜਿਹੜੀਆਂ ਸੀ ਦਾਲਾਂ ਸਬਜ਼ੀਆਂ ਦਾ ਜਿਹੜਾ ਲੰਗਰ ਸੀਗਾ ਇਹ ਬਣਾਉਣਾ ਸ਼ੁਰੂ ਕਰ ਦਿੱਤਾ, ਅਤੇ ਬਾਕੀ ਹੋਰ ਵੀ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਮਿਲਣੇ ਸੀ ਸਭ ਨੂੰ ਜਿਹੜਾ ਸੀਗਾ ਫਿਰ ਬੜੇ ਪਿਆਰ ਦੇ ਨਾਲ ਬੇਬੇ ਨਾਨਕੀ ਦੇ ਘਰ ਦੇ ਵਿੱਚ ਹੀ ਲੰਗਰ ਛਕਾਇਆ ਗਿਆ, ਅਤੇ ਸਭ ਨੇ ਬੜੀ ਖੁਸ਼ੀ ਜ਼ਾਹਰ ਕੀਤੀ। ਇਸ ਤਰ੍ਹਾਂ ਇਹ ਜਿਹੜਾ ਦਿਨ ਸੀਗਾ ਬੜਾ ਖੁਸ਼ੀਆਂ ਅਤੇ ਚਾਵਾਂ ਦੇ ਨਾਲ ਬਤੀਤ ਹੋਇਆ। ਜਦ ਰਾਤ ਆਈ ਆ ਅਤੇ ਰਾਤ ਦੇ ਟਾਈਮ ਫਿਰ ਸਾਰੇ ਜਿਹੜੇ ਸੀ ਆਪੋ ਆਪਣੇ ਟਿਕਾਣਿਆਂ 'ਤੇ ਜਦ ਲੰਮੇ ਪੈ ਗਏ
ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਜਿਹੜਾ ਸੀਗਾ ਉਹ ਪਿਆਰ ਦੇ ਨਾਲ ਆਪਣੇ ਪਾਸ ਬੁਲਾਇਆ। ਜਦ ਪਾਸ ਬੁਲਾਇਆ ਤੇ ਇੱਕ ਕਮਰੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੈਠ ਗਏ ਤੇ ਇਹਨਾਂ ਦੇ ਸਾਹਮਣੇ ਬਾਬਾ ਸ਼੍ਰੀ ਚੰਦ ਜਿਹੜੀ ਸੀ ਉਹ ਮੱਥਾ ਟੇਕ ਕੇ ਬੈਠੇ। ਜਦ ਬੈਠੇ ਤੇ ਦੋਹਾਂ ਨੇ ਆਪਸ ਵਿੱਚ ਜਿਹੜੀਆਂ ਸੀਗੀਆਂ ਬਹੁਤ ਗਿਆਨ ਦੀਆਂ ਗੱਲਾਂ ਕੀਤੀਆਂ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਨੂੰ ਜਿਹੜਾ ਸੀਗਾ ਉਹ ਸਮਾਧੀ ਦੇ ਵਿੱਚ ਪੂਰੀ ਤਰ੍ਹਾਂ ਉਤਰਦਾ ਦੇਖਦੇ ਆ ਸਾਰੇ ਬੜੇ ਪ੍ਰਸੰਨ ਹੋਏ। ਤੇ ਇਸ ਤਰ੍ਹਾਂ ਜਿਹੜੀਆਂ ਗਿਆਨ ਦੀਆਂ ਗੱਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਾਬਾ ਸ਼੍ਰੀ ਚੰਦ ਦੀਆਂ ਆਪਸ ਵਿੱਚ ਹੋਈਆਂ, ਇਹਦੇ ਬਾਰੇ ਬਹੁਤਾ ਤਾਂ ਕੋਈ ਜਾਣਦਾ ਨਹੀਂ ਗਾ। ਹਾਂ, ਭਾਈ ਬਾਲਾ ਤੇ ਮਰਦਾਨਾ ਜੀ ਨੇ ਜਦ ਰਾਤ ਨੂੰ ਜਿਹੜਾ ਸੀਗਾ ਉੱਠ ਕੇ 1-2 ਵਾਰੀ ਦੇਖਿਆ ਕਿ ਤਕਰੀਬਨ ਸਾਰੀ ਰਾਤ ਬੀਤ ਗਈ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਸ਼੍ਰੀ ਚੰਦ ਨਾਲ ਬੈਠੇ ਅਜੇ ਵੀ ਗਿਆਨ ਗੋਸ਼ਟੀ ਦੀਆਂ ਗੱਲਾਂ ਕਰ ਰਹੇ ਆ। ਉਸ ਤੋਂ ਬਾਅਦ ਜਦ ਦਿਨ ਚੜ੍ਹਿਆ ਸੀਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਉਹ ਫਿਰ ਸਮਾਧੀ ਸਥਿਰ ਹੋ ਗਏ ਤੇ ਨਾਲ ਹੀ ਬਾਬਾ ਸ਼੍ਰੀ ਚੰਦ ਜੀ ਸਮਾਧੀ ਸਥਿਰ ਹੋ ਕੇ ਬੈਠ ਗਏ। ਤੇ ਕਾਫੀ ਦਿਨ ਤੋਂ ਚੜ੍ਹੇ ਤੋਂ ਬਾਅਦ ਫਿਰ ਜਦ ਦੋਹਾਂ ਦੀ ਸਮਾਧੀ ਖੁੱਲ੍ਹੀ ਆ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਬਾਬਾ ਸ਼੍ਰੀ ਚੰਦ ਜੀ ਆਪ ਇਕੱਠੇ ਹੋ ਕੇ ਸੈਰ ਕਰਨ ਚਲੇ ਗਏ ਤੇ ਫਿਰ ਬਈ 'ਚ ਇਸ਼ਨਾਨ ਕਰਕੇ ਆਏ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਆਉਂਦਿਆਂ ਨੂੰ ਫਿਰ ਪੂਰਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਰੱਖਿਆ ਸੀਗਾ ਤੇ ਆਪ ਸਾਰੇ ਪਰਿਵਾਰ ਨੇ ਜਿਹੜੇ ਸੀ ਉਹ ਬੈਠ ਕੇ ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਪ੍ਰਸ਼ਾਦਾ ਛਕਣ ਤੋਂ ਬਾਅਦ ਜਦ ਕੁਛ ਫਿਰ ਫੁਰਸਤ ਮਿਲੀ ਆ ਤੇ ਫਿਰ ਬੇਬੇ ਨਾਨਕੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਜਿਹੜਾ 8 ਸਾਲ ਦਾ ਸਫ਼ਰ ਸੀਗਾ, ਇਸ ਸਫ਼ਰ ਦੇ ਵਿੱਚ ਜਿਹੜੀਆਂ ਹੋਈਆਂ ਘਟਨਾਵਾਂ, ਕਿਹਨਾਂ ਲੋਕਾਂ ਨੂੰ ਮਿਲਿਆ, ਕਿੱਥੇ ਗਏ ਆ, ਕੀ ਚਰਚੇ ਹੋਏ ਆ, ਇਹ ਤੇ ਆਦਿਕ ਸਾਰੀਆਂ ਜਿਹੜੀਆਂ ਸੀ ਉਹ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਫਿਰ ਭਾਈ ਬਾਲੇ ਤੇ ਮਰਦਾਨੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਬੇਬੇ ਨਾਨਕੀ ਜੀ ਨੂੰ ਬੜੇ ਵਿਸਥਾਰ ਦੇ ਨਾਲ ਸੁਣਾਈਆਂ ਕਿ ਅਸੀਂ ਇੱਥੇ ਗਏ ਸੀ ਤੇ ਆ ਜਿਹੜੇ ਚਰਚੇ ਹੋਏ ਸੀ। ਇਹਨਾਂ ਚਰਚਿਆਂ ਨੂੰ ਸੁਣ ਕੇ ਬੇਬੇ ਨਾਨਕੀ ਜੀ ਤੇ ਭਾਈ ਅਜੈ ਰਾਮ ਜੀ ਜਿਹੜੇ ਬੜੇ ਪ੍ਰਸੰਨ ਹੁੰਦੇ ਸੀਗੇ ਤੇ ਕੋਲ ਬੈਠੇ ਬਾਬਾ ਸ਼੍ਰੀ ਚੰਦ ਜੀ ਜਦ ਇਹਨਾਂ ਦੀਆਂ ਇਹ ਜਿਹੜੇ ਚਰਚੇ ਸੁਣਦੇ ਸੀ, ਮਨ ਵਿੱਚ ਜਿਹੜਾ ਸੀ ਇਹ ਖਿਆਲ ਹੁੰਦਾ ਸੀਗਾ ਕਿ ਮੈਂ ਵੀ ਆਪਣੇ ਪਿਤਾ ਵਾਂਗੂ ਦੂਰ ਦਰਾਡੇ ਜਾ ਕੇ ਇਹ ਜਿਹੜੇ ਭੁੱਲੇ ਭਟਕੇ ਲੋਕੀ ਹੈਗੇ ਆ ਇਹਨਾਂ ਨੂੰ ਸਹੀ ਰਸਤੇ 'ਤੇ ਲਿਆਵਾਂ ਤੇ ਇਹਨਾਂ ਨੂੰ ਸਹੀ ਰਸਤੇ 'ਤੇ ਲਿਆ ਕੇ ਨਿਰੰਕਾਰ ਦਾ ਜਾਪ ਕਰਾਵਾਂ। ਇਹ ਜਿਹੜਾ ਉਤਸ਼ਾਹ ਸੀ ਬਾਬੇ ਸ਼੍ਰੀ ਚੰਦ ਦੇ ਮਨ ਦੇ ਵਿੱਚ ਅਕਸਰ ਜਿਹੜਾ ਸੀਗਾ ਇਹਨਾਂ ਚਰਚਾਵਾਂ ਨੂੰ ਜਿਹੜਾ ਸੁਣ ਕੇ ਆ ਰਿਹਾ ਸੀਗਾ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਫਿਰ ਕੁਛ ਦਿਨ ਇੱਥੇ ਸੁਲਤਾਨਪੁਰ ਸਾਹਿਬ ਰਹੇ ਆ ਤੇ ਫਿਰ ਨਾਲ ਹੀ ਬੇਬੇ ਨਾਨਕੀ ਜੀ ਤੋਂ ਤਲਵੰਡੀ ਦੇ ਵਿਖੇ ਆਪਣੇ ਮਾਤਾ ਪਿਤਾ ਦੇ ਜਿਹੜੇ ਸਮਾਚਾਰ ਸੀਗੇ ਉਹਦੇ ਪੁੱਛਣ ਵਾਸਤੇ ਫਿਰ ਜਿਹੜੇ ਸੀ ਭਾਈ ਬਾਲਾ ਤੇ ਮਰਦਾਨਾ ਨੂੰ ਭੇਜਿਆ। ਫਿਰ ਭਾਈ ਬਾਲਾ ਤੇ ਮਰਦਾਨਾ ਜੀ ਆਪਣੇ ਜਿਹੜੇ ਸੀ ਇੱਧਰ ਤਲਵੰਡੀ ਪਹੁੰਚੇ ਆ। ਇੱਥੇ ਪਹੁੰਚ ਕੇ ਆਪਣੇ ਪਰਿਵਾਰਾਂ ਨੂੰ ਮਿਲਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਮਾਤਾ ਪਿਤਾ ਨੂੰ ਮਿਲਿਆ। ਉਹਨਾਂ ਨੂੰ ਬਾਬੇ ਨਾਨਕ ਦੇ 8 ਸਾਲਾਂ ਦੇ ਵਿੱਚ ਹੋਈਆਂ ਸਾਰੀਆਂ ਜਿਹੜੀਆਂ ਰਹੱਸਮਈ ਘਟਨਾਵਾਂ ਸੀ ਉਹਨਾਂ ਦੇ ਜ਼ਿਕਰ ਸਾਂਝੇ ਕੀਤੇ ਆ। ਇਸ ਦਿਨ ਕੁਛ ਦਿਨ ਰਹਿ ਕੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਾਣ ਕੇ ਇਹ ਫਿਰ ਜਿਹੜੇ ਦੋਨੇ ਜਾਣੇ ਭਾਈ ਬਾਲਾ ਤੇ ਮਰਦਾਨਾ ਜੀ ਵਾਪਸ ਫਿਰ ਸੁਲਤਾਨਪੁਰ ਸਾਹਿਬ ਆ ਗਏ। ਜਦ ਸੁਲਤਾਨਪੁਰ ਸਾਹਿਬ ਆ ਗਏ ਤੇ ਉਸ ਤੋਂ ਬਾਅਦ ਫਿਰ ਬਾਬੇ ਨਾਨਕੀ ਜੀ ਨੇ ਇਹਨਾਂ ਨੂੰ ਜਦ ਇੱਥੇ ਆਇਆ ਦੇ ਤੱਕਿਆ ਤੇ ਇਹ ਬੇਨਤੀ ਕੀਤੀ ਕਿ ਤੁਸੀਂ ਹਜੇ ਨਾ ਕੁਛ ਚਿਰ ਸਾਡੇ ਇਸ ਸੁਲਤਾਨਪੁਰ ਵਿੱਚ ਰਹੋ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਨਹੀਂ, ਹੁਣ ਸਾਨੂੰ ਜਿਹੜਾ ਹੈ ਨਾ ਕਰਤਾਰ ਦਾ ਹੁਕਮ ਆ ਕਿ ਅਸੀਂ ਹੁਣ ਦੂਸਰੀ ਅਦਾਸੀ 'ਚ ਜਾਣਾ ਹੈਗਾ। ਕਿਉਂਕਿ ਜਿਹੜੀ ਪਹਿਲੀ ਅਦਾਸੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਪਹੁੰਚੇ ਸੀਗੇ, ਇਹ ਜਿਹੜਾ ਸਮਾਂ ਸੀਗਾ ਇਹ 15 ਪੌ ਸੰਮਤ ਜਿਹੜਾ ਸੀਗਾ 1566 ਦਾ ਸੀਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦ ਪਹਿਲੀ ਉਦਾਸੀ 'ਚ ਗਏ ਸੀ ਇਹ ਸਮਾਂ ਸੀਗਾ ਸੰਮਤ 1558 ਦਾ। ਤਕਰੀਬਨ 8 ਸਾਲ ਬਣਦੇ ਆ। 8 ਸਾਲ ਦੀ ਉਦਾਸੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਸੀ ਇਹ ਵਾਪਸ ਫਿਰ ਸੁਲਤਾਨਪੁਰ ਸਾਹਿਬ ਆਏ ਸੀ। ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੂਜੀ ਉਦਾਸੀ ਦੇ ਵਿੱਚ ਜਿਹੜੇ ਸੀ ਉਹ ਜਾਣ ਵਾਸਤੇ ਤਿਆਰ ਹੋਏ ਆ ਤੇ ਸਾਰਿਆਂ ਦੇ ਨਾਲ ਅਸੀਸਾਂ ਤੇ ਮਿਲਣੀ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਦੂਸਰੀ ਉਦਾਸੀ ਜਗਤ ਜਲੰਦੇ ਨੂੰ ਠਾਰਨ ਵਾਸਤੇ ਫਿਰ ਉੱਥੋਂ ਚੱਲਦੇ ਹੋਏ। ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੂਸਰੀ ਉਦਾਸੀ ਤੋਂ ਬਾਅਦ ਤਕਰੀਬਨ 1.25 ਮਹੀਨਾ ਇੱਥੇ ਸੁਲਤਾਨਪੁਰ ਸਾਹਿਬ ਰਹੇ ਆ। ਪਰ ਇੱਧਰ ਪੱਖੋ ਕੀ ਦੇ ਵਿੱਚ ਇਹਨਾਂ ਦੇ ਨਾਨਾ ਮੂਲ ਚੰਦ ਜੀ ਨੇ ਜਿਹੜੇ ਸੀਗੇ ਕਈ ਵਾਰ 2-4 ਬੰਦੇ ਭੇਜੇ ਆ ਕਿ ਜਾ ਕੇ ਸ਼੍ਰੀ ਚੰਦ ਜੀ ਨੂੰ ਲੈ ਕੇ ਆਵੋ, ਪਰ ਬੇਬੇ ਨਾਨਕੀ ਜੀ ਨੇ ਜਿਹੜਾ ਸੀ ਸ਼੍ਰੀ ਚੰਦ ਜੀ ਨੂੰ ਨਹੀਂ ਤੋਰਿਆ। ਜਦ ਨਹੀਂ ਭੇਜਿਆ ਤੇ ਫਿਰ ਮੂਲ ਚੰਦ ਜੀ ਜਿਹੜੇ ਸੀ ਆਪ ਚੱਲ ਕੇ ਫਿਰ ਇੱਥੇ ਸੁਲਤਾਨਪੁਰ ਸਾਹਿਬ ਆਏ। ਜਦ ਆਏ ਆ ਤੇ ਇੱਥੇ ਉਹਨਾਂ ਨੇ ਆ ਕੇ ਬੇਬੇ ਨਾਨਕੀ ਜੀ ਤੇ ਭਾਈ ਅਜੈ ਰਾਮ ਜੀ ਦੇ ਨਾਲ ਕੁਛ ਜਿਹੜੇ ਸੀ ਇਤਰਾਜ਼ ਭਰੀਏ ਇਹ ਬਚਨ ਕੀਤੇ। ਉਹਨਾਂ ਨੇ ਕਿਹਾ ਕਿ ਨਾਨਕ ਆਇਆ ਸੀਗਾ ਤੇ ਇੱਥੇ ਆਪ ਜੀ ਦੇ ਪਾਸ ਤਕਰੀਬਨ ਮਹੀਨਾ 1.5-2 ਮਹੀਨਾ ਰੁਕ ਕੇ ਗਿਆ ਹੈਗਾ, ਪਰ ਉਹਨੂੰ ਪੱਖੋਂ ਕੀ ਆਉਣ ਦੇ ਵਿੱਚ ਕੀ ਡਰ ਲੱਗਦਾ ਸੀਗਾ। ਕਮ ਸੇ ਕਮ ਉੱਥੇ 1-2 ਦਿਨ ਵਾਸਤੇ ਤਾਂ ਆ ਜਾਂਦਾ, ਨਾਲੇ ਸੁਲੱਖਣੀ ਮਿਲ ਜਾਂਦਾ। ਜਦ ਇਹ ਤਾਂ ਆਦੇ ਗੱਲਾਂ ਹੋਈਆਂ ਤੇ ਫਿਰ ਬੇਬੇ ਨਾਨਕੀ ਜੀ ਨੇ ਆਖਿਆ ਕਿ ਬਾਬਾ ਨਾਨਕ ਦਾ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਦਾ ਦਾਤਾ ਹੈਗਾ,
ਉਹਦੇ ਅੰਦਰ ਚਿੱਤ 'ਚ ਕੀ ਚੱਲਦਾ ਹੈਗਾ ਇਹ ਤਾਂ ਅਸੀਂ ਕਹਿ ਨਹੀਂ ਸਕਦੇ, ਪਰ ਇੰਨਾ ਜ਼ਰੂਰ ਪਤਾ ਹੈਗਾ ਕਿ ਅਗਰ ਉਹ ਪੂਰੇ ਸੰਸਾਰ ਦੇ ਵਿੱਚ ਜਗਤ ਜਲੰਦੇ ਨੂੰ ਠਾਰਨ ਵਾਸਤੇ ਨਿਕਲੇ ਆ ਤੇ ਉਹਨਾਂ ਨੂੰ ਘਰ ਪਰਿਵਾਰ ਦੀ ਵੀ ਫਿਕਰ ਹੈਗੀ ਆ। ਇਹ ਨਹੀਂ ਹੈ ਕਿ ਉਹਨਾਂ ਨੂੰ ਘਰ ਪਰਿਵਾਰ ਦੀ ਫਿਕਰ ਨਹੀਂ ਆ। ਉਹਨਾਂ ਨੇ ਇੱਥੇ ਆ ਕੇ ਇੱਥੇ ਪੱਖੋ ਕੇ ਆਪ ਜੀ ਦੇ ਬਾਰੇ ਤੇ ਮਾਤਾ ਚੰਦੋ ਜੀ ਦੇ ਬਾਰੇ, ਮਾਸੀ ਜੀ ਦੇ ਬਾਰੇ, ਹੋਰ ਸੁਲੱਖਣੀ ਜੀ ਦੇ ਬਾਰੇ ਤੇ ਬਾਕੀ ਲక్ష్ਮੀ ਦਾਸ ਜੀ ਦੇ ਬਾਰੇ ਜਿਹੜੇ ਸੀ ਕਈ ਸਵਾਲ ਕੀਤੇ ਸੀਗੇ ਤੇ ਅਸੀਂ ਸਾਰਾ ਕੁਝ ਜਿਹੜਾ ਸੀ ਉਹਨਾਂ ਨੂੰ ਦੱਸਿਆ ਸੀਗਾ। ਜਦ ਇਹ ਤਾਂ ਗੱਲਾਂ ਹੋਈਆਂ ਤਾਂ ਫਿਰ ਜਿਹੜਾ ਮੂਲ ਚੰਦ ਦਾ ਜਿਹੜਾ ਸੀਗਾ ਹਿਰਦਾ ਕੁਛ ਗੁੱਸੇ ਦੇ ਨਾਲ ਸ਼ਾਂਤ ਹੋਇਆ। ਉਸ ਤੋਂ ਬਾਅਦ ਮੂਲ ਚੰਦ ਜੀ ਨੇ ਆਖਿਆ ਕਿ ਮੈਂ ਹੋਰ ਨਹੀਂ ਤਾਂ ਸ਼੍ਰੀ ਚੰਦ ਜੀ ਨੂੰ ਹੁਣ ਪੱਖੋ ਕੀ ਲੈ ਕੇ ਜਾਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਨਾਨਕੀ ਜੀ ਜਿਹੜੇ ਸੀ ਉਹ ਕਹਿਣ ਲੱਗੇ ਚਲੋ ਠੀਕ ਆ, ਅਗਰ ਤੁਸੀਂ ਲੈ ਕੇ ਜਾਣਾ ਤਾਂ ਲੈ ਜਾਓ, ਪਰ ਇਸ ਨੂੰ ਨਾ ਫਿਰ ਜਲਦੀ ਜਿਹੜਾ ਸੀ ਉਹ ਸੁਲਤਾਨਪੁਰ ਵਾਪਸ ਛੱਡ ਦਿਓ, ਕਿਉਂਕਿ ਇਹਦੇ ਬਿਨਾਂ ਜਿਹੜਾ ਹੈਗਾ ਹੁਣ ਸਾਡਾ ਚਿੱਤ ਨਹੀਂ ਲੱਗਦਾ ਹੈਗਾ। ਜਦ ਇੰਨੀ ਗੱਲ ਹੋਈ ਤੇ ਫਿਰ ਨਾਨਾ ਜਿਹੜੇ ਮੂਲ ਚੰਦ ਸੀ ਕੁਛ ਨਹੀਂ ਬੋਲੇ ਤੇ ਫਿਰ ਬਾਬਾ ਸ਼੍ਰੀ ਚੰਦ ਨੂੰ ਲੈ ਕੇ ਜਿਹੜੇ ਸੀਗੇ ਉਹ ਉੱਥੇ ਫਿਰ ਵਾਪਸ ਪੱਖੋ ਕੀ ਪਹੁੰਚ ਗਏ। ਜਦ ਪੱਖੋ ਕੀ ਪਹੁੰਚੇ ਤਕਰੀਬਨ 1.25 ਸਾਲ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਜਦ ਇੱਥੇ ਆਏ ਆ, ਇਹਨਾਂ ਦਾ ਆਉਣਾ ਸੁਣ ਕੇ ਜਿਹੜੇ ਸੀ ਪੱਖੋ ਕੀ ਦੇ ਲੋਕੀ ਬੜੇ ਪ੍ਰਸੰਨ ਹੋਏ। ਮੁੜ ਕੇ ਫਿਰ ਜਿਹੜਾ ਸੀਗਾ ਇੱਥੇ ਮੂਲ ਚੰਦ ਜੀ ਦਾ ਘਰ ਬਾਬਾ ਸ਼੍ਰੀ ਚੰਦ ਨੂੰ ਮਿਲਣ ਵਾਸਤੇ ਲੋਕਾਂ ਦਾ ਭਰ ਗਿਆ। ਸਾਰਿਆਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਜਦ ਇਸ ਕਿਸ਼ੋਰ ਅਵਸਥਾ ਦੇ ਵਿੱਚ ਦੇਖਿਆ ਸਾਰੇ ਬੜੇ ਪ੍ਰਸੰਨ ਹੋਏ, ਕਿਉਂਕਿ ਬਾਬਾ ਸ਼੍ਰੀ ਚੰਦ ਦੀ ਜਿਹੜੀ ਸੀ ਏਜ ਉਮਰ ਉਸ ਟਾਈਮ ਜਿਹੜੀ ਸੀ ਤਕਰੀਬਨ 15 ਕੁ ਸਾਲ ਦੇ ਕਰੀਬ ਸੀ, ਤੇ ਪਰ ਜਿਹੜਾ ਜੁੱਸਾ ਸਰੀਰ ਦਾ ਸੀਗਾ ਤਕਰੀਬਨ 20 ਸਾਲ ਦੇ ਜਿਹੜੇ ਸੀਗੇ ਉਹ ਜੰਗ ਲੜਕੇ ਵਰਗਾ ਲੱਗਦਾ ਸੀਗਾ। ਉਸ ਤੋਂ ਬਾਅਦ ਦੇਖੋ ਬਾਬਾ ਸ਼੍ਰੀ ਚੰਦ ਜੀ ਦਾ ਉਹੀ ਭੇਖ ਕਿ ਜਟਾ ਜੂਟ ਰਹਿਣਾ ਹੈਗਾ ਤੇ ਇਸ ਤਰ੍ਹਾਂ ਇੱਕ ਲਗੋਟਾ ਪਾ ਕੇ ਰੱਖਣਾ ਤੇ ਹੱਥ ਦੇ ਵਿੱਚ ਇੱਕ ਮੰਡਲ ਰੱਖਣਾ, ਇਹ ਤਦ ਕਿ ਜਿਹੜੇ ਸਾਰੇ ਗੁਣ ਸੀ ਉਹ ਤਕਰੀਬਨ ਜਿਹੜੇ ਸੀ ਉਹ ਬੈਰਾਗੀ ਸਾਧੂਆਂ ਵਾਲੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੇ ਧਾਰਨ ਕੀਤੇ ਹੋਏ ਸੀਗੇ। ਇਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਜਦ ਇੱਥੇ ਸਮਾਧੀਆਂ ਲਾਉਣ ਲੱਗੇ ਤੇ ਇੱਕ ਜਗ੍ਹਾ ਦੇਖ ਕੇ ਬਾਬਾ ਸ਼੍ਰੀ ਚੰਦ ਜੀ ਉੱਥੇ ਬੈਠ ਗਏ। ਜਦ ਉੱਥੇ ਬੈਠੇ ਆ ਤੇ ਇਹਨਾਂ ਦੇ ਬੈਠਣ ਦੇ ਨਾਲ ਜਿਹੜੇ ਸੀ ਕਈ ਦੂਰੋਂ ਲੋਕੀ ਜਿਹੜੇ ਸੀ ਇਹਨਾਂ ਦੇ ਦਰਸ਼ਨ ਕਰਨ ਆਉਣ ਲੱਗੇ ਤੇ ਕਈ ਤਰ੍ਹਾਂ ਦੇ ਜਿਹੜੇ ਬਚਨ ਬਲਾਸ ਸੀਗੇ ਉਹ ਹੋਣੇ ਸ਼ੁਰੂ ਹੋ ਗਏ। ਜਦ ਬਚਨ ਬਲਾਸ ਹੋਣੇ ਸ਼ੁਰੂ ਹੋ ਗਏ ਤੇ ਕਈ ਜਿਹੜੀ ਸੰਗਤ ਦੇ ਲੋਕੀ ਸੀ ਉਹ ਆਪਣੀ ਘਰ ਦੀਆਂ ਸਮੱਸਿਆ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਰੱਖ ਦਿੰਦੇ ਤੇ ਬਾਬਾ ਸ਼੍ਰੀ ਚੰਦ ਜੀ ਜੋ ਸੁਝਾਅ ਦਿੰਦੇ, ਜੋ ਬਚਨ ਕਰਦੇ ਉਹ ਸੱਤ ਹੋ ਜਾਂਦਾ। ਤੇ ਇਹਨਾਂ ਬਚਨਾਂ ਦੇ ਸਦਕਾ ਸੰਗਤ ਦੀ ਜਿਹੜੀ ਸ਼ਰਧਾ ਸੀ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤੀ ਜਿਹੜੀ ਸੀ ਉਹ ਦਿਨੋਂ ਦਿਨ ਵਧਣ ਲੱਗੀ। ਇੱਥੋਂ ਤੱਕ ਸੰਗਤਾਂ ਜਿਹੜੀਆਂ ਸੀ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ 'ਚ ਆ ਕੇ ਦੁੱਧ, ਦਹੀਂ, ਗੁੜ, ਆਟਾ, ਚੌਲ ਇਹ ਆਦਿਕ ਜਿਹੜੀਆਂ ਹੋਰ ਸਗਾਤਾਂ ਸੀਗੀਆਂ ਭੇਟ ਕਰਨ ਲੱਗੇ। ਤੇ ਜਦ ਇਸ ਤਰ੍ਹਾਂ ਸਗਾਤਾਂ ਭੇਟ ਹੋਣ ਲੱਗੀਆਂ ਬੜੇ ਢੇਰ ਲੱਗਣ ਲੱਗੇ ਤੇ ਇਹਨਾਂ ਸਗਾਤਾਂ ਤੇ ਢੇਰਾਂ ਨੂੰ ਦੇਖ ਕੇ ਇਹਨਾਂ ਦੇ ਨਾਨਾ ਮੂਲ ਚੰਦ ਜੀ ਜਿਹੜੇ ਪਹਿਲਾਂ ਗੁੱਸੇ ਰਹਿੰਦੇ ਸੀਗੇ ਹੁਣ ਉਹਨਾਂ ਦਾ ਜਿਹੜਾ ਹਿਰਦਾ ਸੀਗਾ ਜਾਂ ਵਿਚਾਰ ਸੀ ਉਹ ਵੀ ਬਦਲਣ ਲੱਗ ਪਏ। ਤੇ ਪਰ ਬਾਬਾ ਸ਼੍ਰੀ ਚੰਦ ਜੀ ਇਹ ਜਿੰਨੀਆਂ ਵੀ ਰਸਤਾਂ ਬਸਤਾਂ ਆਉਂਦੀਆਂ ਸੀਗੀਆਂ ਇਹਨਾਂ ਨੂੰ ਘਰ ਲੈ ਕੇ ਨਹੀਂ ਸੀ ਆਉਂਦੇ। ਇਹ ਸਾਰੇ ਜਿਹੜੀ ਸੀ ਰਸਤਾਂ ਬਸਤਾਂ ਇੱਕ ਭੰਡਾਰੇ ਦੀ ਸ਼ਕਲ ਦੇ ਵਿੱਚ ਜਿੰਨੀ ਵੀ ਆਈ ਸੰਗਤ ਸੀ ਸਭ ਨੂੰ ਛਕਾਉਣ ਲੱਗ ਪਏ। ਜਦ ਸਭ ਨੂੰ ਛਕਾਉਣ ਲੱਗੇ ਆ ਤੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੀ ਮਾਨਤਾ ਸੀਗੀ ਉਹ ਦਿਨੋਂ ਦਿਨ ਵਧਣ ਲੱਗੀ। ਜਦ ਬਾਬਾ ਸ਼੍ਰੀ ਚੰਦ ਦੀ ਜਿਹੜੀ ਮਾਨਤਾ ਦਿਨੋਂ ਦਿਨ ਵਧਣ ਲੱਗੀ, ਇੱਕ ਵਾਰੀ ਕੀ ਹੋਇਆ ਕਿ ਇੱਕ ਵਿਸ਼ਨ ਦਾਸ ਜਿਹੜਾ ਪੰਡਿਤ ਪਹਿਲਾਂ ਵੀ ਬਾਬਾ ਨਾਨਕ ਜੀ ਨੂੰ ਮਿਲ ਚੁੱਕਾ ਸੀਗਾ, ਜਿਹੜਾ ਵੇਦਾਂ ਸ਼ਾਸਤਰਾਂ ਤੇ ਹੋਰ ਕਈ ਗ੍ਰੰਥਾਂ ਦਾ ਬੜਾ ਮਾਹਰ ਸੀ, ਉਹਨੇ ਜਦ ਬਾਬਾ ਸ਼੍ਰੀ ਚੰਦ ਜੀ ਦੀ ਸੋਭਾ ਸੁਣੀ ਆ ਤੇ ਉਹ ਵੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਆ ਗਿਆ। ਜਦ ਇੱਥੇ ਆਇਆ ਉਹ ਬੜਾ ਹੈਰਾਨ ਹੋਇਆ ਕਿ ਸੰਗਤ ਨੇ ਜਿੱਥੇ ਬਾਬਾ ਸ਼੍ਰੀ ਚੰਦ ਜੀ ਬੈਠੇ ਸੀਗੇ ਉੱਥੇ ਇੱਕ ਧਰਮਸ਼ਾਲਾ ਬਣਾ ਦਿੱਤੀ। ਜਦ ਉਹਨੇ ਦੇਖਿਆ ਵੀ ਧਰਮਸ਼ਾਲਾ ਬਣ ਗਈ ਆ, ਬਾਬਾ ਸ਼੍ਰੀ ਚੰਦ ਜੀ ਦੀ ਮਾਨਤਾ ਬਹੁਤ ਆ, ਮਨ 'ਚ ਸੋਚਣ ਲੱਗਾ ਕਿ ਮੈਂ ਤਾਂ ਬੜੇ ਗ੍ਰੰਥ ਪੜ੍ਹਿਆ ਹੈ ਪਰ ਮੇਰੀ ਇੰਨੀ ਪੂਜਾ ਸ਼ਰਧਾ ਨਹੀਂ ਹੁੰਦੀ ਜਿੰਨੀ ਇਹਨਾਂ ਦੀ ਹੋ ਰਹੀ ਆ, ਇਹਦਾ ਕਾਰਨ ਕੀ ਆ? ਇਹ ਸੋਚ ਕੇ ਹੈ ਨਾ ਉਹਨੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਜਾ ਕੇ ਬੜੇ ਆਦਰ ਤੇ ਮਾਣ ਸਤਿਕਾਰ ਜਿਹੜਾ ਮੱਥਾ ਟੇਕ ਕੇ ਬੈਠ ਗਿਆ। ਜਦ ਬੈਠਾ ਤੇ ਬਾਬਾ ਸ਼੍ਰੀ ਚੰਦ ਜੀ ਦਾ ਨੇਤਰ ਖੋਲ੍ਹੇ ਤੇ ਇਹ ਬਿਸ਼ਨ ਦਾਸ ਜਿਹੜਾ ਪੰਡਤ ਸੀਗਾ ਇਹਦੇ ਵੱਲ ਤੱਕਿਆ, ਕਹਿਣ ਲੱਗੇ ਹਾਂ ਪੰਡਿਤ ਜੀ ਆਓ, ਕਿਵੇਂ ਦਰਸ਼ਨ ਦਿੱਤੇ? ਜਦ ਇੰਨੀ ਗੱਲ ਹੋਈ ਤੇ ਬਿਸ਼ਨ ਦਾਸ ਜੀ ਜਿਹੜੇ ਪੰਡਿਤ ਕਹਿਣ ਲੱਗੇ, ਕਹਿੰਦੇ ਕਿ ਤੁਸੀਂ ਕੋਈ ਬਹੁਤਾ ਪੜ੍ਹੇ ਲਿਖੇ ਨਹੀਂ ਹੈਗੇ ਆ, ਮੈਂ ਕਈ ਗ੍ਰੰਥ ਪੜ੍ਹੇ ਆ, ਵਾਚੇ ਆ, ਕਈ ਗਿਆਨ ਦੀਆਂ ਕਥਾਵਾਂ ਕਰਦਾ, ਪਰ ਮੇਰੀ ਇੰਨੀ ਪੂਜਾ ਨਹੀਂ, ਮੇਰਾ ਇੰਨਾ ਮਾਣ ਸਨਮਾਨ ਨਹੀਂ ਲੋਕੀ ਕਰਦੇ ਜਿੰਨਾ ਆਪ ਜੀ ਦਾ ਕਰ ਰਿਹਾ, ਇਹ ਕਿਉਂ ਹੈ? ਜਦ ਇੰਨੀ ਗੱਲ ਹੋਈ ਤਾਂ ਬਾਬਾ ਸ਼੍ਰੀ ਚੰਦ ਜੀ ਮੁਸਕਰਾ ਪਏ। ਉਹ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਥੋੜ੍ਹਾ ਚਾਹੁੰਦੇ ਹਾਂ ਕਿ ਸਾਡਾ ਕੋਈ ਮਾਣ ਸਨਮਾਨ ਕਰੇ, ਇਹ ਤਾਂ ਉਹ ਕਰਤਾਰ ਹੀ ਕਰਾ ਰਿਹਾ ਹੈਗਾ ਕਿ ਸੰਗਤਾਂ ਆ ਕੇ ਆਪਣੀਆਂ ਭਟਾਵਾਂ ਭੇਟ ਕਰ ਰਹੀਆਂ ਹੈਗੀਆਂ, ਅਸੀਂ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਹਾਂ, ਪਰ ਇੰਨਾ ਜ਼ਰੂਰ ਹੈਗਾ ਕਿ ਜਿਹੜਾ ਕੋਈ ਨਿਰਅਭਿਮਾਨ ਹੋ ਕੇ ਹਉਮੈ ਤੋਂ ਰਹਿਤ ਹੋ ਕੇ ਵਾਹਿਗੁਰੂ ਦੀ ਬੰਦਗੀ ਕਰੇ ਤੇ ਇਹੋ ਜਿਹੀ ਕੀਤੀ ਬੰਦਗੀ ਜਿਹੜੀ ਉਹ ਨਿਰੰਕਾਰ ਨੂੰ ਪ੍ਰਵਾਨ ਹੋ ਜਾਂਦੀ ਹੈ। ਤੇ ਜਦੋਂ ਪ੍ਰਵਾਨ ਹੋ ਜਾਂਦੀ ਤੇ ਫਿਰ ਨਿਰੰਕਾਰ ਦੀ ਆਪਣੀ ਮੌਜ ਆ ਕਿ ਜਿਹੜਾ ਇਹੋ ਜਿਹੀ ਬੰਦਗੀ ਕਰਦਾ ਉਹਦੀ ਪੂਜਾ ਸੰਸਾਰ ਦੇ ਵਿੱਚ ਕਰਾ ਦਿੰਦਾ ਹੈਗਾ।
ਜਦ ਇਹ ਜਵਾਬ ਬਾਬਾ ਸ਼੍ਰੀ ਚੰਦ ਜੀ ਦਿੱਤਾ, ਇਹ ਵਿਸ਼ਨਦਾਸ ਪੰਡਤ ਜਿਹੜਾ ਸੀ ਇਹ ਮਨ ਵਿੱਚ ਥੋੜ੍ਹਾ ਨਿੰਮੋ ਝੂਣਾ ਹੋਇਆ। ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਅਗਰ ਕੋਈ ਵਿਅਕਤੀ ਬਹੁਤ ਗ੍ਰੰਥ ਪੜ੍ਹ ਲਵੇ, ਬੜਾ ਵਿਦਵਾਨ ਹੋ ਜਾਵੇ, ਅਤੇ ਫਿਰ ਭਾਈ ਉਹਦੇ ਅੰਦਰ ਜਿਹੜੀ ਹਉਮੈ ਹੈਗੀ ਉਹ ਵਿੱਦਿਆ ਦੀ ਜ਼ਿਆਦਾ ਵੱਧ ਜਾਂਦੀ ਹੈਗੀ ਆ। ਅਸੀਂ ਤਾਂ ਗ੍ਰੰਥ ਜਿਹੜੇ ਆ ਇੰਨੇ ਬਚੇ ਵੀ ਨਹੀਂ, ਹਾਂ ਅਸੀਂ ਪੜ੍ਹਦੇ ਜ਼ਰੂਰ ਹੈਗੇ ਆ, ਪਰ ਪੜ੍ਹ ਕੇ ਇਹ ਵਿਚਾਰ ਕੀਤੀ ਹੈ ਕਿ ਸਾਰੇ ਗ੍ਰੰਥਾਂ ਦਾ ਤੱਤ ਸਾਰ ਜਿਹੜਾ ਹੈਗਾ ਪਰਮਾਤਮਾ ਦਾ ਨਾਮ ਹੈਗਾ। ਇਹ ਨਾਮ ਜਿਹੜਾ ਕੋਈ ਵਿਅਕਤੀ ਜਿਹੜਾ ਹੈਗਾ ਨਿਰਇੱਛਤ ਹੋ ਕੇ, ਨਿਰਮਾਣ ਹੋ ਕੇ, ਮਿੱਠ ਬੋਲੜਾ ਹੋ ਕੇ ਉਹ ਆਪਣੇ ਹਿਰਦੇ ਦੇ ਵਿੱਚ ਉਹ ਜਿਹੜਾ ਨਾਮ ਹੈ ਧਾਰਨ ਕਰ ਲਵੇ, ਤਾਂ ਬਸ ਉਹਦੀ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਜਾਂਦੀ ਆ। ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਕਿ ਕਈ ਜਿਹੜੇ ਲੋਕੀ ਆ ਚਾਹੇ ਵਿਦਵਾਨ ਆਪ ਦੀ ਤਰ੍ਹਾਂ, ਪਰ ਮੂੰਹੋਂ ਰਾਮ ਰਾਮ ਤਾਂ ਆਖਦੇ ਆ, ਪਰ ਰਾਮ ਰਾਮ ਕਹਿਣ ਦੇ ਨਾਲ ਉਹਨਾਂ ਦੇ ਅੰਦਰ ਰਾਮ ਨਹੀਂ ਵਸਦਾ। ਰਾਮ ਉਹਨਾਂ ਦੇ ਅੰਦਰ ਵਸਦਾ ਹੈਗਾ ਜਿਨ੍ਹਾਂ ਨੇ ਇਕੱਲੇ ਮੁੱਖ 'ਚ ਨਹੀਂ ਬੋਲਿਆ, ਜਿਨ੍ਹਾਂ ਨੇ ਆਪਣੇ ਹਿਰਦੇ 'ਚ ਵਸਾਇਆ ਹੈ ਗੁਰੂ ਦੀ ਕਿਰਪਾ ਦੇ ਸਦਕੇ। ਅਤੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਇਹ ਸਾਰਾ ਜਿਹੜਾ ਗਿਆਨ ਹੈ ਮੈਂ ਆਪਣੇ ਪਿਤਾ ਬਾਬਾ ਨਾਨਕ ਜੀ ਦੇ ਪਾਸੋਂ ਇਹ ਸਾਰਾ ਗ੍ਰਹਿਣ ਕੀਤਾ ਹੈਗਾ। ਜਦ ਇਹ ਤਾਤਕ ਜਿਹੜੇ ਅਸੀਂ ਜਵਾਬ ਬਾਬਾ ਸ਼੍ਰੀ ਚੰਦ ਜੀ ਨੇ ਇਸ ਬਿਸ਼ਨਦਾਸ ਨੂੰ ਦਿੱਤੇ ਸੀਗੇ, ਅਤੇ ਫਿਰ ਬਿਸ਼ਨਦਾਸ ਜਿਹੜਾ ਸੀਗਾ ਹੈ ਨਾ ਇਹ ਫਿਰ ਚੁੱਪ ਕਰ ਗਿਆ ਸੀਗਾ। ਇਸੇ ਤਰ੍ਹਾਂ ਹੈ ਨਾ ਬਾਬਾ ਸ਼੍ਰੀ ਚੰਦ ਜੀ ਜਦ ਇਸ ਤਰ੍ਹਾਂ ਇਸ ਧਰਮਸ਼ਾਲਾ ਦੇ ਬਹਿ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗੇ ਸੀਗੇ, ਅਤੇ ਫਿਰ ਇਹਨਾਂ ਦਾ ਉਪਦੇਸ਼ ਸੁਣਨ ਵਾਸਤੇ ਖੁਦ ਇਹਨਾਂ ਦੇ ਜਿਹੜੇ ਨਾਨਾ ਮੂਲ ਚੰਦ ਜੀ ਸੀਗੇ ਉਹ ਵੀ ਜਿਹੜੇ ਸੀਗੇ ਧਰਮਸ਼ਾਲਾ 'ਚ ਅਕਸਰ ਆਉਣ ਲੱਗੇ। ਅਤੇ ਇੱਥੋਂ ਤੱਕ ਇਹਨਾਂ ਦੀ ਨਾਨੀ ਜਿਹੜੀ ਚੰਦੋ ਰਾਣੀ ਸੀ ਉਹ ਵਿੱਚ ਵਿਚਾਲੇ ਆ ਜਾਂਦੀ ਸੀ। ਅਤੇ ਇਸ ਤਰ੍ਹਾਂ ਲੋਕਾਂ ਦੀ ਜਿਹੜੀ ਵਾਧੀ ਇਸ ਸੰਗਤ ਨੂੰ ਦੇਖ ਕੇ ਬੜੀ ਹੈਰਾਨ ਰਹਿੰਦੀ ਸੀ, ਪਰ ਮਨ 'ਚ ਸੋਚਦੀ ਸੀਗੀ ਕਿ ਇਹਨਾਂ ਦਾ ਪਿਤਾ ਤਾਂ ਬਾਹਰ ਗਏ ਆ ਅਤੇ ਉਹਨਾਂ ਨੇ ਪਤਾ ਨਹੀਂ ਆਪਣੇ ਨਾਲ ਕਿੰਨੀ ਸੰਗਤ ਜਿਹੜੀ ਜੋੜ ਲਈ ਆ। ਪਰ ਇੱਥੇ ਬਾਬਾ ਸ਼੍ਰੀ ਚੰਦ ਜੀ ਇਸ ਪੱਖੋਂ ਦੇ ਵਿੱਚ ਰਹਿ ਕੇ ਦੇਖੋ ਕਿੰਨਾ ਇਸ ਆਲੇ ਦੁਆਲੇ ਦੂਰੋਂ ਦੂਰੋਂ ਲੋਕ ਇਹਨਾਂ ਦੀ ਸੰਗਤ ਕਰਨ ਆਉਂਦੇ ਆ। ਅਤੇ ਇਹਨਾਂ ਦੀ ਇਸ ਤਰ੍ਹਾਂ ਚੜ੍ਹਦੀ ਕਲਾ ਨੂੰ ਦੇਖ ਕੇ ਫਿਰ ਇਹਨਾਂ ਦੇ ਜਿਹੜੀ ਨਾਨੀ ਜੀ ਸੀ ਉਹ ਅੰਦਰੋਂ ਪ੍ਰਸੰਨ ਰਹਿੰਦੇ ਸੀ, ਪਰ ਮੁੱਖੋਂ ਕੁਛ ਨਹੀਂ ਸੀ ਬੋਲਦੇ। ਮਨ 'ਚ ਸੋਚਦੇ ਸੀ ਕਿ ਜਿਨ੍ਹਾਂ ਨੂੰ ਮੈਂ ਵਿਹਲੜ ਸਮਝਦੀ ਸੀਗੀ, ਜਿਨ੍ਹਾਂ ਨੂੰ ਮੈਂ ਸਮਝਦੀ ਸੀ ਕਿ ਇਹ ਕੋਈ ਤਨ 'ਤੇ ਕੱਪੜਾ ਨਹੀਂ ਪਾਉਂਦੇ, ਆਮ ਇਨਸਾਨਾਂ ਵਾਂਗੂ ਕੋਈ ਕੰਮ ਕਾਰ ਦੇ ਲਾਇਕ ਨਹੀਂ ਆ, ਪਰ ਕਿਵੇਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਰੱਬ ਦੇ ਨਾਲ ਜੁੜ ਕੇ ਇੱਕ ਐਸੀ ਪਦਵੀ ਪ੍ਰਾਪਤ ਕਰ ਲਈ ਆ ਕਿ ਆਮ ਲੋਕਾਂ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੀ ਜੈ ਜੈਕਾਰ ਹੋਣ ਲੱਗੀ ਆ। ਇਸ ਤਰ੍ਹਾਂ ਨਾ ਇੱਕ ਮੋਤੀ ਰਾਮ ਜਿਹੜਾ ਸੀਗਾ ਇਹ ਵੀ ਜਿਹੜਾ ਸੀਗਾ ਇੱਕ ਪੜ੍ਹਿਆ ਲਿਖਿਆ ਵਿਦਵਾਨ ਪੰਡਤ ਸੀ। ਇਹ ਵੀ ਜਿਹੜਾ ਸੀਗਾ ਨਾ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਆਇਆ। ਇਹਨੇ ਆ ਕੇ ਜਦ ਗਿਆਨ ਚਰਚਾ ਕੀਤੀ ਅਤੇ ਇਹਨੇ ਜਿਹੜੀ ਸੀ ਭੇਖ ਦੀ ਗੱਲ ਕੀਤੀ ਕਿ ਅਸੀਂ ਸਾਧੂ ਸੰਤ ਤਾਂ ਬਹੁਤ ਦੇਖੇ, ਪਰ ਇਹਦੇ ਵਿੱਚ ਅਸੀਂ ਦੇਖਦੇ ਕਿ ਐਸੇ ਆ ਜਿਹੜੇ ਹੈ ਨਾ ਭੇਖ ਦਾ ਲਿਬਾਸ ਪਹਿਨ ਕੇ ਲੋਕਾਂ ਨੂੰ ਠੱਗਦੇ ਰਹਿੰਦੇ ਆ। ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜਦ ਇੰਨੀ ਗੱਲ ਹੋਈ ਸੀ ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਸੀ, ਉਹਨਾਂ ਨੇ ਆਖਿਆ ਸੀਗਾ ਕਿ ਭੇਖ ਦਿਖਾਵਾ ਜਗਤ ਕੋ ਲੋਕਨ ਕੋ ਬਸ ਕੀ, ਕਿ ਜਿਹੜੇ ਲੋਕੀ ਸੰਸਾਰ ਨੂੰ ਭੇਖ ਦਿਖਾਲਦੇ ਲੋਕਾਂ ਨੂੰ ਵਸ ਕਰਦੇ ਆ, ਅਤੇ ਉਹਨਾਂ ਦਾ ਅੰਤ ਦੇ ਸਮੇਂ ਜਿਹੜਾ ਜੋ ਹਾਲ ਹੁੰਦਾ ਹੈਗਾ ਉਹਨਾਂ ਨਰਕਾਂ ਦੇ ਵਿੱਚ ਕਹਿੰਦੇ ਵੀ ਉਹ ਦੱਸਿਆ ਨਹੀਂ ਜਾ ਸਕਦਾ। ਇਹੋ ਜਿਹੇ ਲੋਕੀ ਜਿਹੜੇ ਆ ਉਹਨਾਂ ਦਾ ਫਿਰ ਅੰਤ ਜਿਹੜਾ ਹੈ ਨਾ ਬਹੁਤ ਮਾੜਾ ਹੁੰਦਾ। ਸੰਸਾਰ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਇਹ ਜਿਹੜੇ ਭੇਖੀ ਲੋਕੀ ਹੈਗੇ ਆ, ਜਿਹੜੇ ਸਾਧੂਆਂ ਦੇ ਲਿਬਾਸ ਵਿੱਚ ਦੁਨੀਆ ਨੂੰ ਠੱਗਦੇ ਹੈਗੇ ਆ, ਉਹਨਾਂ ਦੀ ਜ਼ਿੰਦਗੀ ਪਹਿਲਾਂ ਤਾਂ ਨਰਕ ਹੁੰਦੀ ਆ, ਅਖੀਰ ਇਹੋ ਜਿਹੇ ਲੋਕੀ ਜਿਹੜੇ ਆ ਉਹ ਟੇਢੀਆਂ ਜੂਨਾਂ 'ਚ ਚਲੇ ਜਾਂਦੇ ਆ। ਜਦ ਇਹ ਆਤ ਜਿਹੜੇ ਜਵਾਬ ਸੀ ਬਾਬਾ ਸ਼੍ਰੀ ਚੰਦ ਜੀ ਨੇ ਇਸ ਮੋਤੀ ਰਾਮ ਨੂੰ ਦੱਸੇ ਸੀ, ਅਤੇ ਫਿਰ ਮੋਤੀ ਰਾਮ ਜਿਹੜਾ ਸੀ ਉਹ ਫਿਰ ਚੁੱਪ ਕਰ ਗਿਆ ਸੀਗਾ। ਪਰ ਫਿਰ ਵੀ ਉਹਨੇ ਪੁੱਛਿਆ ਕਿ ਇਹ ਤੁਸੀਂ ਦੱਸੋ ਕਿ ਆਮ ਜਿਹੜੇ ਗ੍ਰਸਤੀ ਆਦਮੀ ਆ ਉਹਨਾਂ ਨੂੰ ਸ਼ਾਂਤੀ ਕਿਵੇਂ ਆ ਸਕਦੀ ਹੈ? ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਸੀਗਾ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਿਵਾਸ ਕਰ ਜਾਵੇ, ਨਾਮ ਨਿਵਾਸ ਜਦੋਂ ਹੋ ਗਿਆ, ਨਾਮ ਨਿਵਾਸ ਦੇ ਨਾਲ ਹੀ ਫਿਰ ਜਿਹੜਾ ਮਨ ਉਹ ਸਹਿਜ ਦੇ ਵਿੱਚ ਟਿਕ ਜਾਂਦਾ। ਜਦੋਂ ਮਨ ਸਹਿਜ 'ਚ ਟਿਕਦਾ ਅਤੇ ਸਹਿਜ ਵਿੱਚੋਂ ਫਿਰ ਸ਼ਾਂਤੀ ਜਿਹੜੀ ਆ ਉਹ ਨਿਕਲਦੀ ਹੈਗੀ ਆ। ਅਤੇ ਜਦੋਂ ਸ਼ਾਂਤੀ ਸਹਿਜ ਦੇ ਵਿੱਚ ਪੈਦਾ ਹੁੰਦੀ ਹੈ ਅਤੇ ਇਸ ਸ਼ਾਂਤੀ ਦੇ ਵਿੱਚੋਂ ਫਿਰ ਗਿਆਨ ਪੈਦਾ ਹੁੰਦਾ ਹੈਗਾ। ਉਹ ਜਿਹੜਾ ਅੰਦਰੋਂ ਪੈਦਾ ਹੋਇਆ ਗਿਆਨ ਹੈਗਾ ਉਹ ਹੀ ਫਿਰ ਸਭ ਦਾ ਭਲਾ ਕਰਦਾ, ਉਹ ਹੀ ਦੂਸਰੇ ਦੇ ਮਨਾਂ ਦੇ ਉੱਤੇ ਆਪਣਾ ਅਸਰ ਰੱਖਦਾ ਹੈਗਾ। ਅਤੇ ਇਸ ਤਰ੍ਹਾਂ ਇਹੋ ਜਿਹਾ ਪੈਦਾ ਹੋਇਆ ਗਿਆਨ ਵੀ ਜਿਹੜਾ ਚੋਰਾਂ ਡਾਕੂਆਂ ਅਤੇ ਲਟੇਰਿਆਂ ਨੂੰ ਵੀ ਸੰਤ ਬਣਾ ਦਿੰਦਾ ਹੈਗਾ। ਜਦ ਇਹ ਆਦਿਕ ਬਚਨ ਬਾਬਾ ਸ਼੍ਰੀ ਚੰਦ ਜੀ ਨੇ ਇਸ ਮੋਤੀ ਰਾਮ ਨਾਲ ਕੀਤੇ ਸੀ, ਅਤੇ ਮੋਤੀ ਰਾਮ ਵੀ ਜਿਹੜੀ ਸੀ ਪੂਰੀ ਨਿਸ਼ਾ ਹੋ ਗਈ ਸੀ, ਪ੍ਰਸੰਨ ਹੋ ਕੇ ਬਾਬਾ ਸ਼੍ਰੀ ਚੰਦ ਨੂੰ ਮੱਥਾ ਟੇਕ ਕੇ ਇਹਨਾਂ ਦਾ ਸੇਵਕ ਬਣ ਗਿਆ ਸੀਗਾ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।